ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਕੇ ਦਰਬਾਰ ਅਗਾਰੀ। ਲਈ ਧੂਲ ਧਰ ਸ਼ਰਧਾ ਭਾਰੀ। ਸਿਰ ਮੁਖ ਪਰ ਸਗਰੇ ਤਨ ਫੇਰੀ। ਬੈਠ ਰਹਿਓ ਤਹ ਕੇ ਤਿਕ ਬੇਰੀ। ਸਤਿਗੁਰ ਕੇ ਦਰਬਾਰ ਅਗਾਰੀ। ਲਏ ਧੂਲ ਧਰ ਸ਼ਰਧਾ ਭਾਰੀ। ਸਿਰ ਮੁਖ ਪਰ ਸਗਰੇ ਤਨ ਫੇਰੀ। ਬੈਠ ਰਹਿਓ ਤਹ ਕੇ ਤਿਕ ਬੇਰੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਹਰਾ ਜਹੂਰ। ਦੀਨਾ ਬੰਧੂ ਭਗਤ ਵਛਲ ਦਇਆ ਦੇ ਸਾਗਰ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਦਾਨ ਜਗ ਦਾਤੇ ਗੁਰੂ ਗਰੀਬ ਨਿਵਾਜ ਨੇਚਲ ਚੌਰ ਛਤਰ ਤਖਤ ਕੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਦਇਆ ਮਾਇਆ ਸਦਕਾ ਸੰਧਿਆ ਦੇ ਸੱਜ ਰਹੇ ਦੀਵਾਨ ਅੰਦਰ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਔਰ ਸਾਧ ਸੰਗਤ ਦੀਆਂ ਕੜੀਆਂ ਮੰਨਣੇ ਦਾ ਪਾਵਨ ਪਵਿੱਤਰ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਗੁਰੂ ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਅਮਰਦੇਵ ਜੀ ਸੱਚੇ ਸਤਿਗੁਰਾਂ ਦੇ ਦਰ ਘਰ ਦੀ ਪਾਵਨ ਪਵਿੱਤਰ ਜਸ ਵਡਿਆਈ ਆਪ ਮਾਈ ਭਾਈ ਸੰਗਤਾਂ ਸ਼ਰਵਣ ਕਰ ਰਹੇ ਹੋ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਮਹਾਰਾਜ, ਤੁਹਾਡੀ ਮਹਿਮਾ ਤੁਹਾਡੀ ਉਪਮਾ ਕਿੰਨੀ ਹੈ ਕਈ ਨਹੀਂ ਜਾ ਸਕਦੀ। ਪ੍ਰਮਾਣ ਦੇਣਾ ਔਖਾ ਹੈ, ਕਿਉਂਕਿ ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਕਿ ਸੱਚੇ ਪਾਤਸ਼ਾਹ ਮਹਾਰਾਜ ਤੁਹਾਨੂੰ ਕਿਹਦਾ ਪ੍ਰਮਾਣ ਦਈਏ ਵੀ ਤੁਸੀਂ ਐਸੇ ਹੋ। ਤੁਹਾਡੀ ਵਡਿਆਈ ਐਸ ਵਸਤੂ ਦੇ ਨਾਲ ਮੇਲ ਖਾਂਦੀ ਹੈ। ਇਹਦੀ ਮਹਿਮਾ ਵਰਗੀ ਤੁਹਾਡੀ ਮਹਿਮਾ ਔਖਾ ਹੈ। ਜੈਸਾ ਤੋ ਤੈਸਾ ਤੁਹੀ ਕਿਆ ਉਪਮਾ ਦੀਜੈ। ਐਸੇ ਦੀਨ ਦਿਆਲ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਸਿਫਤੀ ਆਪਾਂ ਪਿਛਲੇ ਲੰਮੇ ਸਮੇਂ ਤੋਂ ਸੁਣ ਰਹੇ ਹਾਂ। ਜਥਾ ਪ੍ਰਸੰਗ ਸਾਧ ਸੰਗਤ ਜੀ ਆਪਾਂ ਪਿਛਲੇ ਦੀਵਾਨ ਅੰਦਰ ਸੁਣਿਆ। ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਪਾਸ ਬੇਅੰਤ ਪ੍ਰਾਣੀ ਮਹਾਰਾਜ ਦਾ ਓਟ ਆਸਰਾ ਚਰਨ ਸਰਨ ਲੈ ਕਰਕੇ ਸਤੋਗਤੀ ਪ੍ਰਾਪਤ ਕਰ ਰਹੇ ਹੈ। ਪਰ ਜਦੋਂ ਮਹਾਰਾਜ ਦੀ ਇੰਨੀ ਮਹਿਮਾ ਹੋਈ ਹੈ, ਵਡਿਆਈ ਚਾਰੇ ਪਾਸੇ ਵੱਧ ਰਹੀ ਹੈ, ਤੋ ਮਹਾਰਾਜ ਦੀ ਮਹਿਮਾ ਵਡਿਆਈ ਵੱਧਦੀ ਵੇਖ ਕੇ ਨਿੰਦਕ ਲੋਕਾਂ ਨੂੰ ਦੁੱਖ ਹੁੰਦਾ ਹੈ। ਸੂਰਜ ਚੜ੍ਹਨ ਤੇ ਜਿਵੇਂ ਉੱਲੂ ਅੰਨਾ ਹੁੰਦਾ ਹੈ, ਮਹਾਰਾਜ ਸਤਿਗੁਰਾਂ ਦੀ ਮਹਿਮਾ ਵੇਖ ਕੇ ਨਿੰਦਕ ਜਿਹੜੇ ਆ ਉਹ ਨਿੰਦਾ ਕਰਦੇ ਆ। ਤੋ ਇਸੇ ਤਰ੍ਹਾਂ ਐਸਾ ਹੀ ਇੱਕ ਨਿੰਦਕ ਗੁਰੂ ਘਰ ਦਾ ਦੋਖੀ ਤਪਾ ਹੈ। ਕਵੀ ਦੀਆਂ ਤਪੇ ਦਾ ਪ੍ਰਸੰਗ ਫਿਰ ਲਿਖਿਆ। ਇਹ ਤਪਾ ਜਿਹੜਾ ਗੋਇੰਦਵਾਲ ਰਹਿੰਦਾ ਹੈ, ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਵੇਖ ਕੇ ਬੜਾ ਦੁਖੀ ਹੁੰਦਾ ਹੈ, ਸਤਿਗੁਰਾਂ ਦੀ ਨਿੰਦਿਆ ਕਰਦਾ ਹੈ। ਤੋ ਸੱਚੇ ਪਾਤਸ਼ਾਹ ਜੀ ਜਾਣੀ ਜਾਣ ਹੈ ਵੀ ਤਪਾ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦੀ ਨਿੰਦਾ ਕਰਦਾ, ਈਰਖਾ ਕਰਦਾ ਹੈ। ਸਤਿਗੁਰਾਂ ਨੇ ਇੱਕ ਵਾਰ ਕੌਤਕ ਰਚਿਆ। ਬੌਲੀ ਸਾਹਿਬ ਦੀ ਜਦੋਂ ਸੰਪੂਰਨਤਾ ਹੋਈ, ਹਜ਼ੂਰ ਨੇ ਸੋਹਣਾ ਯੱਗ ਕੀਤਾ, ਵੱਡਾ ਲੰਗਰ ਕੀਤਾ। ਜਿਵੇਂ ਆਪਾਂ
ਮਹੂਰਤ ਕਰਦੇ ਹਾਂ ਦਾਨ ਪੁੰਨ ਵਾਸਤੇ। ਤੇ ਮਹਾਰਾਜ ਨੇ ਸਾਰਿਆਂ ਨੂੰ ਸੱਦੇ ਭੇਜੇ, ਨਿਉਂਦੇ ਭੇਜੇ ਹੈ। ਸਤਿਗੁਰਾਂ ਦਾ ਨਿਮੰਤਰਣ ਸੱਦਾ, ਇਹ ਜਿਹੜਾ ਤਪਾ ਹੈ ਇਹਨੂੰ ਵੀ ਮਹਾਰਾਜ ਨੇ ਭੇਜਿਆ। ਤਪੇ ਨੇ ਸਾਫ਼ ਸੱਦਾ ਲੈ ਕੇ ਗਏ ਸਿੱਖਾਂ ਨੂੰ ਇਨਕਾਰ ਕਰ ਦਿੱਤਾ ਕਿ ਸੱਚੇ ਪਾਤਸ਼ਾਹ ਜੀ ਨੂੰ ਆਖੋ ਜਾ ਕੇ ਆਪਦੇ ਗੁਰੂ ਨੂੰ ਵੀ ਸਾਨੂੰ ਨਹੀਂ ਲੋੜ ਤੁਹਾਡੇ ਲੰਗਰ ਦੀ, ਸਿੱਖਾਂ ਨੂੰ ਛਕਾਓ। ਸਿੱਖ ਮੁੜ ਆਏ। ਸਤਿਗੁਰਾਂ ਨੇ ਫੇਰ ਦੂਜੀ ਵਾਰੀ ਸੱਦਾ ਦੇ ਭੇਜੇ। ਦੂਜੀ ਵਾਰੀ ਫੇਰ ਨਾ ਕਰ ਦਿੱਤੀ, ਜਵਾਬ ਦੇ ਦਿੱਤਾ। ਤੀਜੀ ਵਾਰੀ ਮਹਾਰਾਜ ਨੇ ਫੇਰ ਸਿੱਖਾਂ ਨੂੰ ਭੇਜਿਆ, ਨਾ ਤਪਾ ਆਇਆ। ਹੁਣ ਮਹਾਰਾਜ ਵੇਖਦੇ ਸੀ ਵੀ ਇਹ ਤਪਾ ਈਰਖਾਲੂ ਹੈ ਕਿ ਇਹਦੇ ਮਨ ਵਿੱਚ ਲੋਭ ਵੀ ਹੈ। ਸਤਿਗੁਰਾਂ ਨੇ ਆਵਾਜ਼ ਦਵਾਈ, ਭਾਵ ਸਾਰੇ ਸਿੱਖਾਂ ਵਿੱਚ ਪ੍ਰਚਲਿਤ ਕਰਵਾਇਆ ਵੀ 1 ਰੁਪਈਆ ਨਾ ਜਿਹੜਾ ਪ੍ਰਸ਼ਾਦਾ ਛਕਣ ਆਵੇਗਾ ਉਹਨੂੰ ਦੇਵਾਂਗੇ। ਤਾਂ ਵੀ ਤਪਾ ਨਾ ਆਇਆ। ਮਹਾਰਾਜ ਨੇ 2 ਆਖੇ, ਇਸ ਤਰ੍ਹਾਂ 5, 10। ਅੰਤ ਨੂੰ ਮਹਾਰਾਜ ਨੇ 1 ਅਕਬਰੀ ਮੋਹਰ ਸੋਨੇ ਦੀ, ਜਿਹਦੇ ਉਦੋਂ 15 ਰੁਪਈਏ ਬਣਦੇ ਸੀ, 15 ਰੁਪਈਏ ਮਹਾਰਾਜ ਨੇ ਆਖੇ ਵੀ ਜਿਹੜਾ ਆਏਗਾ ਉਹਨੂੰ ਛਕਾਵਾਂਗੇ, ਦੇਵਾਂਗੇ ਪ੍ਰਸ਼ਾਦਾ ਛਕਣ ਤੋਂ ਬਾਅਦ ਦਕਸ਼ਨਾ ਵਜੋਂ। ਤਪੇ ਨੇ ਸੁਣਿਆ ਤੇ ਮਨ ਵਿੱਚ ਲਾਲਚ ਆਇਆ। ਸ਼ਰਮਿੰਦਾ ਆਪ ਨਾ ਗਿਆ। ਆਖਿਆ ਚਲੋ ਮੈਂ ਜਵਾਬ ਦਿੱਤਾ ਤੇ 15 ਰੁਪਈਏ ਲੈਣ ਵਾਸਤੇ ਆਪਾਂ ਆਪਦਾ ਪੁੱਤ ਭੇਜ ਦਿੰਨੇ ਆ। ਇਹ ਲੋਭੀ ਤਪੇ ਨੇ ਆਪਦਾ ਪੁੱਤਰ ਜਿਹੜਾ ਉਹ ਲੈ ਕੇ ਜਦੋਂ ਗਿਆ ਤੇ ਦਰਵਾਜ਼ੇ ਡਿਊੜੀ ਦੇ ਬੰਦ ਹੋ ਚੁੱਕੇ ਸੀ। ਇਹਨੇ ਲਾਲਚ ਮਾਰਨੇ ਪੁੱਤ ਨੂੰ ਕੰਧ ਟਪਾਇਆ, ਚੜਾਤਾ ਕੰਧ ਉੱਪਰ, ਉਤੋਂ ਡਿੱਗਾ, ਲੱਤ ਟੁੱਟ ਗਈ। ਬੜਾ ਦੁਖੀ ਹੋਇਆ। ਜਦੋਂ ਡਿੱਗਾ ਅੰਦਰ ਬਾਹਰ ਗੋਇੰਦਵਾਲ ਸਾਹਿਬ ਦੇ ਗੁਰੂ ਘਰ ਵਾਲੇ ਪਾਸੇ ਪੰਗਤਾਂ ਲੱਗੀਆਂ, ਵਿੱਚ ਸਾਰੇ ਹੱਸਣ ਲੱਗੇ। ਤੋ ਇਹੋ ਜਿਹੀ ਦੀ ਤਪੇ ਦੇ ਪੁੱਤ ਦੀ ਲੱਤ ਟੁੱਟੀ, ਉਹ ਐ ਹਾਲਤ ਹੋਈ। ਬੜੀ ਲੋਕਾਂ ਪੰਚਾਇਤਾਂ ਵਿੱਚ ਇਹਦੀ ਖਿੱਲੀ ਉੱਡੀ, ਮਜ਼ਾਕ ਬਣਿਆ। ਉਹ ਗੁਰੂ ਰਾਮਦਾਸ ਮਹਾਰਾਜ ਨੇ ਉਹ ਗੌੜੀ ਦੀ ਵਾਰ ਅੰਦਰ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਬਿਰਤਾਂਤ ਲਿਖਿਆ ਹੈ ਕਿ ਤਪਾ ਨ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜ ਮਾਲਿਆ। ਅੱਗੋਂ ਦੇ ਸੱਦਿਆਂ ਸਤੈ ਦੀ ਭਿਖਿਆ ਲਏ ਨਾਹੀਂ, ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ। ਤੋ ਐਸਾ ਇਹ ਦੱਸਿਆ ਮਹਾਰਾਜ ਗੁਰੂ ਰਾਮਦਾਸ ਜੀਆਂ ਤਪੇ ਦਾ ਸਾਰਾ ਪ੍ਰਸੰਗ ਸ਼ਬਦ ਗੌੜੀ ਵਿੱਚ ਵੀ ਲਿਖਿਆ ਰਾਗ ਅੰਦਰ। ਤੋ ਇਹ ਤਪੇ ਦੀ ਹਾਲਤ ਹੋਈ ਬਹੁਤ ਭਾਰੀ, ਇਹਦਾ ਮਜ਼ਾਕ ਬਣਿਆ। ਤੋ ਦੱਸਦੇ ਕਵੀ ਜੀ ਵੀ ਇਸ ਤਰ੍ਹਾਂ ਗੁਰੂ ਘਰ ਦੀ ਨਿੰਦਾ ਕਰਨ ਵਾਲੇ, ਸਤਿਗੁਰਾਂ ਦੇ ਦਰ ਕਰਨ ਵਾਲੇ, ਈਰਖਾ ਰੱਖਣ ਵਾਲੇ ਗਲ ਸੜ ਜਾਂਦੇ ਆ। ਜਿਹੜੇ ਮਹਾਰਾਜ ਦੇ ਦਰ ਕਰਨ ਨਾਲ ਈਰਖਾ ਰੱਖਦੇ, ਵੈਰ ਰੱਖਦੇ, ਐਂ ਹੀ ਤਪੇ ਵਾਂਗੂ ਗਲ ਸੜ ਜਾਂਦੇ ਆ। ਫਿਰ ਇੱਕ ਪ੍ਰਸੰਗ ਕਵੀ ਦੀਆਂ ਹੋਰ ਦੱਸਿਆ ਕਿ ਮਹਾਰਾਜ ਦੇ ਦਰ ਘਰ ਦੀ ਮਹਿਮਾ ਇਉਂ ਵਰਤਦੀ ਹੈ। ਇੱਕ ਬੜਾ ਭਾਰੀ ਕੋੜ ਦਾ ਮਾਰਿਆ ਹੋਇਆ ਪ੍ਰੇਮਾ, ਨਾ ਇਹਦਾ ਘਰ ਹੈ, ਨਾ ਮਾਂ, ਨਾ ਬਾਪ, ਇਕੱਲਾ ਹੀ ਹੈ। ਤੇ ਸਾਰਾ ਸਰੀਰ ਇਹਦਾ ਗਲਿਆ ਹੋਇਆ ਕੋੜ ਨਾਲ, ਬੜਾ ਮੱਖੀਆਂ ਭਿਣਕਦੀਆਂ, ਬਦਬੂ ਮਾਰਦਾ, ਕੋਈ ਇਹਨੂੰ ਲਾਗੇ ਨਹੀਂ ਆਉਣ ਦਿੰਦਾ। ਤੇ ਪ੍ਰਸ਼ਾਦੇ ਪਾਣੀ ਤੋਂ ਵੀ ਬੜਾ ਦੁਖੀ ਹੈ। ਗਲ ਵਿੱਚ ਇਹਦੇ ਮਿੱਟੀ ਦੇ ਭਾਂਡੇ ਵੱਜੇ ਹੋਏ, ਕੁੱਜੀਆਂ, ਨਾਓ, ਦੌਰੇ ਆਦਿਕ, ਤੇ ਉਹਦੇ ਵਿੱਚ ਟੋਕ ਰੋਟੀ ਤੇ ਦੂਰੋਂ ਹੀ ਲੋਕ ਸੁੱਟ ਦਿੰਦੇ। ਇਹ ਮੂੰਹ ਨਾਲ ਹੀ ਵਿਚਾਰਾ ਖਾ ਲੈਂਦਾ। ਹੱਥ ਪੈਰ ਇਹਦੇ ਕੋੜ ਦੇ ਬਿਮਾਰੀ ਕਾਰਨ ਝੜ ਗਏ ਆ, ਮਾਸ ਵੀ ਸਾਰਾ ਹੱਡ ਦਿਸਦੇ ਆ। ਇਹਨੇ ਸੰਗਤਾਂ ਗੋਇੰਦਵਾਲ ਸਾਹਿਬ ਜਾਂਦੀਆਂ ਡਿੱਠੀਆਂ, ਪੁੱਛਿਆ ਕਿੱਧਰ ਜਾਂਦੇ ਹੋ? ਕਹਿੰਦੇ ਜੀ ਗੋਇੰਦਵਾਲ। ਉੱਥੇ ਕੌਣ ਹੈ? ਕਹਿੰਦੇ ਉੱਥੇ ਕੀ ਪੁੱਛਦੇ ਹੋ, ਪਰਮੇਸ਼ਰ ਰਹਿੰਦਾ। ਤੇ ਅੱਛਾ ਪਰਮੇਸ਼ਰ ਰਹਿੰਦਾ, ਮੇਰਾ ਵੀ ਕੋੜ ਦੂਰ ਹੋ ਸਕਦਾ। ਸਿੱਖਾ ਆਖਿਆ ਉੱਥੇ ਮਰੇ ਜਿਉਂ ਪੈਂਦੇ, ਤੂੰ ਕੋੜ ਨੂੰ ਰੋਣਾ? ਸਾਰਾ ਕੁਝ ਹੀ ਹੁੰਦਾ। ਬੜੀ ਸ਼ਰਧਾ ਬਣੀ ਤੇ ਆਪਣੇ ਚੂਕਣਿਆਂ ਦੇ ਭਾਰ ਵਿਚਾਰਾ ਸਰੀਰ ਜਦ ਧੋਂਦਾ ਗੋਇੰਦਵਾਲ ਨੂੰ ਚੱਲ ਪਿਆ।
ਨਾਲੇ ਗਾਉਂਦਾ ਜਾਂਦਾ ਹੈ, ਮੇਰਾ ਗਿਆ ਇੱਕ ਛੋਟਾ ਲੱਦਾ, ਫੇਰ ਮੇਰਾ ਗਿਆ ਇੱਕ ਛੋਟਾ ਲੱਦਾ। ਵੀ ਮੇਰਾ ਪਰਦਾ ਜਿਹੜਾ ਨਾ ਝੜ ਗਿਆ ਸੀ ਸਰੀਰ ਸਾਰਾ, ਫੇਰ ਮਹਾਰਾਜ ਬਖਸ਼ ਰਹੇ ਆ ਗੁਰੂ ਅਮਰਦਾਸ ਜੀ। ਸਤਿਗੁਰੂ ਅਮਰਦਾਸ ਸਤਿਗੁਰਾਂ ਦੀ ਬੜੀ ਮਹਿਮਾ ਕਰਦਾ ਹੋਇਆ ਇਹ ਤਪ ਜਿਹੜਾ ਵਾ ਕੋੜੀ ਪ੍ਰੇਮਾ ਗੋਇੰਦਵਾਲ ਜਾ ਪਹੁੰਚਿਆ। ਇੱਥੋਂ ਤੀਕਰ ਆਪਾਂ ਕਥਾ ਸੁਣੀ ਵਿਚਾਰੀ ਪੜ੍ਹੀ ਹੈ। ਅੱਗੇ ਜਿਵੇਂ ਖਾਲਸਾ ਜੀ ਪ੍ਰਸੰਗ ਆਉਂਦਾ ਹੈ, ਆਪਾਂ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੁਰਤੀ ਜੋੜੀਏ। ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ, ਇਹ ਪਾਵਨ ਪ੍ਰਸੰਗ ਪੂਰਾ ਕਰਵਾਉਣ। ਗਰੀਬ ਨਵਾਜ ਨੂੰ ਯਾਦ ਕਰੋ, ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕੇ ਦਰਬਾਰ ਅਗਾਰੀ। ਇਹ ਕੋੜੀ ਪ੍ਰੇਮਾ ਤੁਰਦਾ ਹੋਇਆ ਗੋਇੰਦਵਾਲ ਪਹੁੰਚਿਆ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੇ ਅੱਗੇ ਲਈ ਧੂਲ ਤਰ ਸ਼ਰਧਾ ਭਾਰੀ। ਪਹੁੰਚ ਕਰਕੇ ਇਹਨੇ ਸੰਗਤਾਂ ਦੇ ਪੈਰਾਂ ਚਰਨਾਂ ਦੀ ਧੂੜੀ ਚੁੱਕੀ ਹੈ। ਮਨ ਵਿੱਚ ਬੜੀ ਸ਼ਰਧਾ ਧਾਰ ਕਰਕੇ ਸਿਰ ਮੁਖ ਪਰ ਸਗਰੇ ਤਨ ਫੇਰੀ। ਤੇ ਉਹ ਧੂੜੀ ਨੂੰ ਆਪਣੇ ਟੁੰਡਾਂ ਜਾਣੋਂ ਲਾ ਲਾ ਕੇ ਸਿਰ ਤੇ ਫੇਰਦਾ, ਕਦੀ ਮੂੰਹ ਤੇ ਫੇਰਦਾ, ਸਾਰੇ ਸਰੀਰ ਤੇ ਲਾਉਂਦਾ ਹੈ। ਬੈਠ ਰਹਿਓ ਤਹਿ ਕੇ ਤਿਕ ਬੇਰੀ। ਤੇ ਕਿੰਨਾ ਸਮਾਂ ਹੀ ਜਿਹੜਾ ਵਾ ਉਹ ਇੱਥੇ ਬੈਠਾ ਰਿਹਾ ਮਹਾਰਾਜ ਦੇ ਦਰਵਾਜ਼ੇ ਉੱਪਰ। ਆਵਤ ਜਾਤ ਸਿੱਖ ਜੋ ਆਹ। ਜਿਹੜੇ ਸਿੱਖ ਇੱਥੇ ਦਰਸ਼ਨਾਂ ਨੂੰ ਆਉਂਦੇ ਆ ਜਾਂ ਘਰੀ ਜਾਂਦੇ ਆ ਦਰਸ਼ਨ ਕਰਕੇ, ਅਵਲੋਕਤ ਇਸ ਕੋ ਬਚ ਕਹੈ। ਤੇ ਇਹਨੂੰ ਵੇਖਦੇ ਆ ਨਾ ਜਦੋਂ ਸਿੱਖ ਆਉਂਦੇ ਜਾਂਦੇ, ਤੇ ਇਉਂ ਕਹਿੰਦੇ ਆ ਗੁਰ ਦਰਸ਼ਨ ਕੁਸ਼ਟੀ ਨਹਿ ਪਾਵੈ। ਵੀ ਤੂੰ ਕੋੜਾ ਹੈ, ਤੇ ਗੁਰੂ ਦੇ ਦਰਸ਼ਨ ਕੋੜਿਆਂ ਨੂੰ ਮਹਾਰਾਜ ਦੇ ਦਰਬਾਰ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਇਸ ਤਰ੍ਹਾਂ ਸਾਰੇ ਕਹਿੰਦੇ ਆ। ਤਾ ਪਾਵੈ ਜੇ ਆਪ ਬੁਲਾਵੈ। ਤੇ ਹਾਂ ਇਹ ਹੈ ਵੀ ਇੱਕ ਸ਼ਰਤ ਤੇ ਤੈਨੂੰ ਦਰਸ਼ਨ ਹੋ ਸਕਦੇ ਹੈ, ਜੇ ਕਿਤੇ ਗੁਰੂ ਅਮਰਦਾਸ ਜੀ ਮਹਾਰਾਜ ਤੈਨੂੰ ਆਪ ਸੱਦਾ ਭੇਜਣ, ਆਪ ਬੁਲਾ ਲੈਣ ਤਾਂ ਅੰਦਰ। ਸੁਨ ਕੈ ਸ਼ੋਕਾਰਤ ਚਿਤ ਹੋਵਾ। ਤੇ ਸੁਣ ਕੇ ਜਿਹੜਾ ਨਾ ਬੜਾ ਆਰਤ ਕਹੀਏ ਦੁਖੀ ਹੁੰਦਾ ਹੈ ਇਹ ਪ੍ਰੇਮਾ ਕੋੜੀ। ਸ਼ੋਕ ਦੇ ਆਰਤ ਦੁੱਖ ਨਾਲ ਚਿੱਤ ਇਹਦਾ ਹੋ ਗਿਆ, ਭਾਵ ਦੁਖੀ ਹੁੰਦਾ ਵੀ ਅੱਛਾ ਮੈਨੂੰ ਦਰਸ਼ਨ ਨਹੀਂ ਮਿਲਣੇ ਮਹਾਰਾਜ ਦੇ। ਸਿੱਖ ਕਹਿੰਦੇ ਮਿਲ ਸਕਦੇ ਆ ਵੀ ਜੇ ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਤੈਨੂੰ ਆਪ ਬੁਲਾਉਣ ਅੰਦਰ। ਇਹ ਸੁਣ ਕੇ ਸਿੱਖਾਂ ਤੋਂ ਤੇ ਵਿਚਾਰਾ ਮਨ 'ਚ ਵਿਚਾਰ ਕਰਦਾ ਵੀ ਮੈਨੂੰ ਕੋੜੇ ਨੂੰ ਕਿਹਨੇ ਸੱਦਣਾ। ਇਹ ਵਿਚਾਰ ਕਰਕੇ ਦੁਖੀ ਹੁੰਦਾ ਹੈ ਜੇ ਅਬ ਮੋਹੇ ਨਾ ਦਰਸ਼ਨ ਹੋਵਾ। ਵੀ ਜੇ ਹੁਣ ਮੈਨੂੰ ਦਰਸ਼ਨ ਨਾ ਗੁਰੂ ਅਮਰਦਾਸ ਮਹਾਰਾਜ ਦੇ ਹੋਏ, ਆਵਨ ਸ਼ਰਮ ਬਾਦ ਹੋਏ ਮੇਰਾ। ਵੀ ਮੈਂ ਇੰਨੀ ਦੂਰੋਂ ਸਰੀਰ ਧੂ ਧੂ ਕੇ ਤੁਰ ਕੇ ਚੱਲ ਕੇ ਆਇਆ, ਆਈ ਹੋਈ ਕੀਤਾ ਯਤਨ ਮੇਰਾ ਸਾਰਾ ਹੀ ਬੇਫਲ ਹੋ ਜਾਣਾ ਹੈ। ਭਇਓ ਨਾ ਫਲ ਪ੍ਰਾਪਤ ਦੁਖ ਘੇਰਾ। ਕਿਉਂਕਿ ਜਿਹੜੇ ਕੰਮ ਨੂੰ ਮਾਇਆ ਸੀ ਉਹ ਮੇਰਾ ਦੁੱਖ ਨਾਸ਼ ਕਰਨ ਵਾਲੇ ਸਤਿਗੁਰਾਂ ਦੇ ਦਰਸ਼ਨ ਇਹ ਮੈਨੂੰ ਪ੍ਰਾਪਤ ਨਹੀਂ ਹੋਏ। ਆਉਣ ਦਾ ਮੈਨੂੰ ਕੋਈ ਫਲ ਨਹੀਂ ਪ੍ਰਾਪਤ ਹੋਣਾ, ਮੇਰਾ ਇੱਥੇ ਆਇਆ ਬੇਕਾਰ ਨਿਕਲ ਜਾਣਾ ਹੈ। ਮੈਂ ਨਿਰਭਾਗ ਜਹਾਂ ਚਹ ਜਾਊ। ਤੇ ਫਿਰ ਮੈਂ ਨਿਰਭਾਗਾਂ ਵਾਲਾ, ਭਾਗਾਂ ਤੋਂ ਹੀਣਾ, ਮੇਰਾ ਕੋਈ ਭਾਗ ਭਾਵ ਖੋਟੇ ਭਾਗ ਵਾਲਾ ਮੈਂ ਹੋਵਾਂਗਾ। ਨਿਫਲ ਹੈ ਤਹਾਂ ਨਹੀਂ ਕਛ ਪਾਊ। ਤੇ ਫਿਰ ਕਹਿੰਦੇ ਮੈਂ ਚਾਹੋ ਜਾਂਦਾ ਹਾਂ, ਭਾਵ ਜਿੱਥੇ ਵੀ ਫਿਰ ਮੂੰਹ ਹੋ ਮੈਂ ਚਲਾ ਜਾਊਂਗਾ ਜੇ ਮੈਨੂੰ ਮਹਾਰਾਜ ਨੇ ਦਰਸ਼ਨ ਨਾ ਦਿੱਤੇ। ਤੋ ਇਸ ਤਰ੍ਹਾਂ ਇਹ ਮਨ ਵਿੱਚ ਵਿਚਾਰ ਕਰਦਾ ਤੇ ਨਿਫਲ ਤਹਾਂ ਨਹੀਂ ਕੁਛ ਪਾਊ। ਤੇ ਕਹਿੰਦੇ ਫਿਰ ਇੱਥੇ ਆਇਆ ਤਾਂ ਨਿਫਲ ਹੈ, ਕਿਤੇ ਹੋਰ ਚਲੇ ਜਾਵਾਂਗੇ। ਇਸ ਤਰ੍ਹਾਂ ਇਹ ਵਿਚਾਰ ਕਰਦਾ ਹੈ। ਬਿਨ ਦਰਸ਼ਨ ਗਮਨੋ ਕਿਤ ਨਾਹੀ। ਪਰ ਫਿਰ ਮਨ ਵਿੱਚ ਆਈ ਵੀ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾ ਹੁਣ ਇੱਥੋਂ ਵਾਪਸ ਨਹੀਂ ਮੁੜਾਂਗਾ, ਦਰਸ਼ਨ ਕੀਤੇ ਬਿਨਾ ਨਹੀਂ ਜਾਵਾਂਗਾ। ਕਹਿ ਮਰ ਰਹਾ ਇਸੀ ਥਲ ਮਾਹੀ। ਜੇ ਨਾ ਦਰਸ਼ਨ ਦਿੱਤੇ ਤੇ ਮੈਂ ਇੱਥੇ ਮਰ ਜਾਣਾ, ਇੱਥੇ ਗਲ ਕੇ ਮਹਾਰਾਜ ਦੇ ਦਰ ਤੇ ਹੀ ਸੜ ਮਰਾਂਗਾ, ਗਲ ਮਰਾਂਗਾ ਬਿਮਾਰੀ ਨਾਲ। ਤਿਕ ਜੀਵਨ ਅਬ ਨਾਸਾ ਪ੍ਰਾਨ। ਤੇ ਕਿਉਂਕਿ ਜੇ ਦਰਸ਼ਨ ਹੀ ਨਾ ਹੋਏ ਤੇ ਜਿਉਂ ਕਿ ਕਰਨਾ ਵੀ ਕੀ, ਪਿੱਛੇ ਮੁੜ ਕੇ ਕੀ ਕਰਾਂਗਾ। ਨਾ ਘਰ ਹੈ ਨਾ ਕੋਈ ਜੀਆ ਜੰਤ ਹੈ, ਮਨ ਬਿਮਾਰੀ ਕੋੜ ਲੱਗਾ।
ਇਸ ਕਰਕੇ ਮੈਂ ਕੀ ਕਰਾਂਗਾ ਪਿੱਛੇ ਮੁੜ ਕੇ, ਇੱਥੇ ਮਰ ਜਾਣਾ ਮੇਰਾ ਚੰਗਾ ਹੈ। ਇੱਥੇ ਹੀ ਮੈਂ ਆਪਦੇ ਪ੍ਰਾਣ ਜਿਹੜੇ ਨਾ ਗੁਰੂ ਕੇ ਦਰ ਤੇ ਤਿਆਗ ਦੇਣੇ ਹਨ। ਗੁਰ ਕੇ ਦਰ ਪਰ ਪਰਾਂ ਸਥਾਨ। ਤੇ ਗੁਰੂ ਅਮਰਦਾਸ ਮਹਾਰਾਜ ਦੇ ਦਰ ਘਰ ਦੇ ਅੱਗੇ ਹੀ ਪਿਆ ਰਵਾਂਗਾ, ਇੱਥੇ ਮਰ ਜਾਵਾਂਗਾ ਜੇ ਸਤਿਗੁਰਾਂ ਨੇ ਦਰਸ਼ਨ ਨਾ ਬਖਸ਼ੇ। ਦ੍ਰਿੜ ਕਬ ਪ੍ਰੇਮ ਤ੍ਰਿਉ ਦਰ ਆਗਹਿ। ਇਸੇ ਤਰ੍ਹਾਂ ਮਹਾਰਾਜ ਗੁਰੂ ਅਮਰ ਪਾਤਸ਼ਾਹ ਜੇ ਪ੍ਰੇਮ ਰੱਖ ਕੇ ਨਾ ਹਿਰਦੇ ਵਿੱਚ ਕੋੜੀ ਪ੍ਰੇਮਾ ਇੱਥੇ ਹੀ ਠਹਿਰ ਗਿਆ, ਦਰਸ਼ਨ ਨਹੀਂ ਹੋਏ ਤੇ ਵਾਪਸ ਵੀ ਨਹੀਂ ਮੁੜਿਆ, ਕਿੰਨੇ ਦਿਨ ਇੱਥੇ ਬੈਠਾ ਹੋਇਆ। ਸਨਮੁਖ ਬੈਠਾ ਹੈ ਨਹਿ ਥਲ ਤਿਆਗ ਹੈ। ਤੇ ਉਹ ਦਰਬਾਰ ਡਿਉੜੀ ਦੇ ਸਾਹਮਣੇ ਬੈਠਾ, ਦਰਵਾਜ਼ੇ ਦੇ, ਆਪਦੀ ਥਾਂ ਨਹੀਂ ਛੱਡਦਾ, ਇੱਕ ਹੀ ਥਾਂ ਦਿਨ ਰਾਤ ਬੈਠਾ ਰਹਿੰਦਾ ਹੈ। ਪ੍ਰੇਮ ਵਿਸ਼ਾਲ ਗੁਰੂ ਮਹਿ ਤਰੇ। ਕਿਉਂਕਿ ਇਹਨੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬਹੁਤ ਵੱਡਾ ਭਾਰੀ ਪ੍ਰੇਮ ਰੱਖਿਆ ਹੋਇਆ ਹੈ। ਮੁਖ ਤੇ ਨਿਤ ਗੁਰ 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 ਕਰੇ। ਤੇ ਮੂੰਹੋਂ ਸਦਾ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਇਸ ਤਰ੍ਹਾਂ ਕਹਿੰਦਾ ਗਾਉਂਦਾ ਹੈ। ਕਬ ਕਬ ਗਾਵਹਿ ਉੱਚੀ ਧੁਨ ਤੇ। ਕਈ ਵਾਰੀ ਹੌਲੀ ਹੌਲੀ ਬੋਲਦਾ ਹੈ, ਕਈ ਵਾਰੀ ਉੱਚੀ ਆਵਾਜ਼ ਵਿੱਚ ਇਸ ਤਰ੍ਹਾਂ ਗਾਉਂਦਾ ਹੈ। ਆਵਤ ਜਾਤ ਸਿੱਖ ਸਭ ਸੁਨਤੇ। ਤੇ ਆਉਂਦਿਆਂ ਜਾਂਦਿਆਂ ਸਾਰੇ ਹੀ ਸਿੱਖ ਜਿਹੜੇ ਹੈ ਇਹਦੀ ਉੱਚੀ ਆਵਾਜ਼ ਵਿੱਚ ਗਾਉਂਦੇ ਨੂੰ ਸੁਣਦੇ ਆ। ਗਿਆ ਕਛੋਟਾ ਲੱਧਾ ਗਾਵੈ। ਇਹ ਗਾਉਂਦਾ ਕੀ ਹੈ? ਕਵੀ ਜੀ ਕਹਿੰਦੇ ਬਸ ਇੱਕੋ ਹੀ ਬਚਨ ਗਾਈ ਜਾਂਦਾ, ਬੋਲ ਉੱਚੀ ਗਾਉਂਦਾ, ਮੇਰਾ ਗਿਆ ਕਛੋਟਾ ਲੱਧਾ ਫੇਰ, ਭਾਵ ਮੇਰਾ ਪੜਦਾ ਪੱਤ ਜਿਹੜੀ ਸੰਸਾਰ ਵਿੱਚ ਰੁਲ ਗਈ ਸੀ ਉਹ ਵਾਪਸ ਮੁੜ ਆਈ ਹੈ। ਉੱਚੇ ਟੇਰਤ ਗੁਰੂ ਸੁਨਾਵੈ। ਵੀ ਉੱਚੀ ਬੋਲਦਾ ਵੀ ਤਾਂ ਕਿ ਅੰਦਰ ਸ਼ਾਇਦ ਗੁਰੂ ਅਮਰਦਾਸ ਮਹਾਰਾਜ ਸੁਣ ਲੈਣ, ਸਤਿਗੁਰਾਂ ਨੂੰ ਸੁਣਾਉਂਦਾ ਹੈ। ਖਰੇ ਆਨ ਹੋਵਤ ਸੁਨ ਪਾਹੂ। ਤੋ ਇਸ ਤਰ੍ਹਾਂ ਸਿੱਖ ਸੁਣਦੇ ਆ ਤੇ ਇੱਥੇ ਆ ਕੇ ਖੜੇ ਹੋ ਜਾਂਦੇ ਆ। ਆਵਾਜ਼ ਬੜੀ ਸੁੰਦਰ ਹੈ। ਕਹਿ ਕਹਿ ਪੁਨਹ ਗਵਾਏ ਸਮਤਾਹੂ। ਤੇ ਸਿੱਖ ਫਿਰ ਕਹਿੰਦੇ ਆ ਇੱਕ ਵਾਰੀ ਹੋਰ ਇਹ ਕੋੜੀ ਬਹੁਤ ਸੋਹਣਾ ਗਾਉਣਾ, ਇੱਕ ਵਾਰੀ ਹੋਰ ਗਾ ਕੇ ਸੁਣਾ। ਇਸ ਤਰ੍ਹਾਂ ਵਾਰ-ਵਾਰ ਸਿੱਖ ਇਹਦੇ ਤੋਂ ਗਵਾਉਂਦੇ ਹਨ। ਕਹੇ ਨਰਨ ਕਹਿ ਪੁਨ ਪੁਨ ਗਾਵਹਿ। ਇਹ ਕੋੜੀ ਵਿਚਾਰਾ ਸਿੱਖਾਂ ਦੇ ਆਖੇ ਲੱਗ ਕੇ ਸਾਰਾ ਦਿਨ ਹੀ ਵਾਰ-ਵਾਰ ਗਿਆ ਕਛੋਟਾ ਲੱਧਾ ਫੇਰ ਗਿਆ ਕਛੋਟਾ ਲੱਧਾ ਇਸ ਤਰ੍ਹਾਂ ਉੱਚੀ ਉੱਚੀ ਗਾਉਂਦਾ ਹੈ। ਕਹਿਤ ਦਰਸ ਤਿਨ ਰਾਤ ਬਿਤਾਵਹਿ। ਤੇ ਦਿਨ ਰਾਤ ਪ੍ਰੇਮਾ ਕੋੜੀ ਦਰਸ਼ਨਾਂ ਦੀ ਇੱਛਾ ਰੱਖ ਕੇ ਗੋਇੰਦਵਾਲ ਦੀ ਡਿਉੜੀ ਤੇ ਬੈਠਾ ਹੀ ਬਤੀਤ ਕਰਦਾ ਹੈ। ਪੂਰਬ ਜਨਮ ਮਹਾ ਮੈਂ ਪਾਪੀ। ਤੇ ਵਿਚਾਰਾ ਇਹ ਵਿਚਾਰ ਕਰਦਾ ਹੈ ਵੀ ਕਿਤੇ ਪਿਛਲੇ ਪਹਿਲੇ ਜਨਮਾਂ ਦਾ ਮੈਂ ਬਹੁਤਾ ਵੱਡਾ ਪਾਪੀ ਹੋਵਾਂਗਾ, ਬੜੇ ਪਾਪ ਕੀਤੇ ਆ। ਜਿਸ ਤੇ ਆਧ ਰੋ ਵਿਆਧ ਸੰਤਾਪੀ। ਜਿਸ ਕਰਕੇ ਆਦਿ ਵਿਆਧੀ ਰੋਗ ਮੈਨੂੰ ਭਾਰੇ ਲੱਗੇ ਹੋਏ ਆ, ਮੈਂ ਸੰਤਾਪ ਭੋਗਦਾ, ਕੋੜ ਦੇ ਰੋਗ ਤੋਂ ਦੁਖੀ ਆ, ਮਨ ਕਰਕੇ ਦੁਖੀ ਆ ਤੇ ਮੈਂ ਬੜਾ ਦੁੱਖ ਭੋਗਦਾ ਹਾਂ। ਸਭ ਜਗ ਦਰਸਤ ਗੁਰ ਕੋ ਨੀਤ। ਇਸ ਤਰ੍ਹਾਂ ਸਾਰਾ ਸੰਸਾਰ ਇਹ ਵਿਚਾਰਦਾ ਵੀ ਮੈਨੂੰ ਤਾਂ ਦਰਸ਼ਨ ਮਿਲਦੇ ਨਹੀਂ ਤੇ ਸਾਰਾ ਸੰਸਾਰ ਹੀ ਸਤਿਗੁਰਾਂ ਦੇ ਦਰਸ਼ਨ ਰੋਜ਼ ਕਰੀ ਜਾਂਦਾ ਹੈ। ਮੋਹ ਨ ਮਿਲ ਹੈ ਸੋ ਤਰਸਤ ਚੀਤ। ਮੈਂ ਪਿਛਲੇ ਜਨਮ ਦਾ ਵੱਡਾ ਹੀ ਪਾਪੀ ਹੋਵਾਂਗਾ, ਜਿਸ ਕਰਕੇ ਧੰਨ ਗੁਰੂ ਅਮਰਦਾਸ ਸਤਿਗੁਰਾਂ ਦੇ ਮੈਨੂੰ ਦਰਸ਼ਨ ਨਹੀਂ ਮਿਲਦੇ, ਨਹੀਂ ਤਾਂ ਸਾਰਾ ਸੰਸਾਰ ਹੀ ਮਹਾਰਾਜ ਦੇ ਦਰਸ਼ਨ ਕਰਦਾ ਹੈ। ਇੱਕ ਕੋੜਾ ਹਾਂ, ਕੋੜ ਨਾਲ ਦੁਖੀ ਹਾਂ, ਦੂਜਾ ਮਹਾਰਾਜ ਦੇ ਦਰਸ਼ਨ ਵੀ ਨਹੀਂ ਹੋ ਰਹੇ ਆ। ਇਸ ਤੇ ਆਛੋ ਥਾਨ ਨਾਨ। ਤੇ ਇਹ ਗੁਰੂ ਅਮਰਦਾਸ ਮਹਾਰਾਜ ਦੇ ਦਰ ਘਰ ਤੋਂ ਵੱਡਾ ਚੰਗਾ ਸੰਸਾਰ ਤੇ ਹੋਰ ਕੋਈ ਥਾਂ ਨਹੀਂ ਹੈ। ਕਬ ਹੂੰ ਤਾ ਹੋਏ ਹੈ ਅਗਹਾਨ। ਕਹਿੰਦਾ ਇੱਥੇ ਬੈਠਾ ਰਹਿਣਾ, ਕਦੇ ਤਾਂ ਮੇਰੇ ਪਾਪ ਕੱਟੇ ਜਾਣਗੇ ਨਾ, ਇੱਥੇ ਸਮਾਂ ਬਤੀਤ ਕਰਦਾ ਵੀ ਜੇ ਮਰ ਵੀ ਗਏ ਤੇ ਗੁਰੂ ਘਰ ਦੇ ਦਰਵਾਜ਼ੇ ਮਰੇ ਦੀ ਵੀ ਲਾਜ ਹੋਏਗੀ ਪਰਮੇਸ਼ਰ ਮਹਾਰਾਜ ਨੂੰ। ਇਹ ਵਿਚਾਰ ਕੇ ਕਹਿੰਦਾ ਹੁਣ ਇੱਥੇ ਬੈਠੇ ਰਹਿੰਦੇ ਆ, ਕਦੀ ਤਾਂ ਮਹਾਰਾਜ ਟੁੱਟਣਗੇ, ਕਦੀ ਤਾਂ ਸੱਦਾ ਭੇਜਣਗੇ, ਕਦੀ ਤਾਂ ਮੇਰੇ ਪਾਪ ਨਾਸ਼ ਹੋਣਗੇ। ਗੁਰ ਦਰ ਕੋ ਅਬ ਤਿਆਗਿਆ ਨਾਹੀ। ਗੁਰੂ ਅਮਰਦਾਸ ਮਹਾਰਾਜ ਦੇ ਦਰ ਘਰ ਨੂੰ ਹੁਣ ਮੈਂ ਛੱਡਾਂਗਾ ਨਹੀਂ। ਜੀਵਤ ਮ੍ਰਿਤਕ ਕੈ ਦੁਖ ਮਾਹੀ। ਚਾਹੇ ਜਿਵਾਂ ਚਾਹੇ ਮਰਾਂ, ਚਾਹੇ ਜਿੰਨੇ ਮਰਜੀ ਦੁੱਖ ਮਿਲਣ, ਇੱਥੇ ਹੀ ਰਹਿਣਾ ਹੈ। ਰਹਾ ਸ਼ਰਨ ਮੈਂ ਚਿਤਵਤ ਐਸੇ। ਮੈਂ ਮਨ ਇਹਨੇ ਚਿਤਵਣੀ ਕੀਤੀ, ਮਨ ਵਿੱਚ ਵਿਚਾਰ ਕੀਤੀ ਹੈ ਪ੍ਰੇਮੇ ਨੇ
ਵੀ ਜੋ ਮਰਜ਼ੀ ਹੋਵੇ ਇੱਥੇ ਹੀ ਰਹਿਣਾ ਹੈ, ਮਹਾਰਾਜ ਦੇ ਦਰ ਤੇ ਹੀ ਮਰਾਂਗਾ। ਆਵਹਿ ਲੋਕ ਕਹਾਵਹਿ ਤੈਸੇ। ਜਿਵੇਂ ਫਿਰ ਉਹ ਸੰਗਤਾਂ ਆਉਂਦੀਆਂ ਇਹ ਗਾਉਂਦਾ, ਮੇਰਾ ਗਿਆ ਕਛੋਟਾ ਲੱਦਾ ਫੇਰ। ਸੰਗਤਾਂ ਸੁਣ ਕੇ ਖੁਸ਼ ਹੁੰਦੀਆਂ, ਮੁੜ ਮੁੜ ਫੇਰ ਇਹਨੂੰ ਕਹਿੰਦੀਆਂ ਸਾਨੂੰ ਗਾ ਕੇ ਸੁਣਾ। ਇਹ ਫੇਰ ਵਿਚਾਰਾ ਗਾ ਗਾ ਕੇ ਸੁਣਾਉਂਦਾ ਹੈ। ਪਾਣੀ ਅੰਨ ਦਇਆ ਕਰ ਦੇਤ। ਸਿੱਖ ਦਇਆ ਕਰਕੇ ਲੰਗਰ ਚੋਂ ਜਲ ਪਾਣੀ ਲਿਆ ਕਰਕੇ ਅੰਨ ਇਹਨੂੰ ਦੇ ਦਿੰਦੇ ਆ। ਬੈਠਿਓ ਰਹਿ ਸੋ ਦਰਸ਼ਨ ਹੇਤ। ਤੇ ਮਹਾਰਾਜ ਦੇ ਦਰਸ਼ਨਾਂ ਦਾ ਵਿਸ਼ਵਾਸ ਭਰੋਸਾ ਰੱਖ ਕੇ ਵੀ ਮਹਾਰਾਜ ਦੇ ਦਰਸ਼ਨ ਕਰਾਂਗੇ। ਦਰਸ਼ਨ ਕਰਨ ਦੇ ਕਾਰਨ ਇਹ ਪ੍ਰੇਮਾ ਕੋੜੀ ਡਿਉੜੀ ਉੱਪਰ ਬੈਠਾ ਹੈ। ਕਬ ਹੈ ਕਸ਼ਟ ਤੇ ਪ੍ਰੇਮ ਬ੍ਰਿਧੰਤਾ। ਵੀ ਨਾਲੇ ਕਸ਼ਟ ਕੋੜ ਦੇ ਰੋਗ ਦਾ ਦੁੱਖ ਹੁੰਦਾ ਹੈ, ਪਰ ਇਹਦਾ ਪ੍ਰੇਮ ਜਿਹੜਾ ਨਾ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੇ ਤਾਈਂ ਦਿਨੋਂ ਦਿਨ ਵੱਧਦਾ ਜਾਂਦਾ ਹੈ। ਬੋਲਤ ਬੋਲਤ ਪੂਮ ਗਿਰੰਤਾ। ਤੇ ਕਈ ਵਾਰੀ ਬੋਲਦਾ ਬੋਲਦਾ ਗਾਉਂਦਾ ਗਾਉਂਦਾ ਗਿਆ ਕਛੋਟਾ ਲੱਦਾ ਫੇਰ। ਇਸ ਤਰ੍ਹਾਂ ਗਾਉਂਦਾ ਗਾਉਂਦਾ ਧਰਤੀ ਤੇ ਡਿੱਗ ਜਾਂਦਾ ਹੈ। ਪਰਿਓ ਰਹਿ ਰੋਦਨ ਕੋ ਠਾਨਤ। ਤੇ ਥੱਲੇ ਲੰਮਾ ਪਿਆ ਫਿਰ ਰੋਣ ਲੱਗ ਜਾਂਦਾ ਹੈ, ਉੱਚੀ ਉੱਚੀ ਰੋਂਦਾ ਹੈ। ਗੁਰ ਦਰਸ਼ਨ ਕੋ ਆਤੁ ਹਿਤ ਜਾਣਤ। ਕਿਉਂਕਿ ਆਪਦੇ ਵਾਸਤੇ ਬਹੁਤਾ ਭਲੇਦਾਇਕ ਬੜੇ ਲਾਭਦਾਇਕ ਸਤਿਗੁਰਾਂ ਦੇ ਦਰਸ਼ਨ ਜਾਣਦਾ। ਜਦੋਂ ਉੱਚੀ ਉੱਚੀ ਗਾਉਂਦੇ ਆ ਗਰਮੀ ਕਾਰਨ ਦੰਦਲ ਪੈਂਦੀ ਵੀ ਹੋਸ਼ ਹੋ ਜਾਂਦਾ ਹੈ। ਦੰਦਲ ਖੁੱਲਦੀ ਧਰਤੀ ਤੇ ਲੇਟਿਆ ਰੋਂਦਾ ਉੱਚੀ ਉੱਚੀ ਕਰਲਾਉਂਦਾ ਹੈ, ਮਹਾਰਾਜ ਦੇ ਦਰਸ਼ਨਾਂ ਦੀ ਚਾਹਨਾ ਰੱਖਦਾ ਹੈ। ਏਮ ਵਿਆਕੁਲ ਕੋ ਦੇਖਤ ਦੁਖਿਤ। ਜਦੋਂ ਇਹ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾ ਔਰ ਕੋੜ ਦੇ ਰੋਗ ਤੋਂ ਜਦੋਂ ਬਹੁਤਾ ਦੁਖੀ ਨੂੰ ਇਹ ਸਿੱਖ ਦੇਖਦੇ ਆ। ਸਿੱਖ ਦਇਆ ਕਰ ਦਰਵਤੇ ਚਿਤ ਕੋ। ਤੇ ਸਿੱਖਾਂ ਦੇ ਮਨ ਵਿੱਚ ਦਇਆ ਆਈ, ਸਿੱਖਾਂ ਦੇ ਮਨ ਪਿੰਗਲੇ ਹਨ। ਅਰਜ ਗੁਜਾਰਤ ਗੁਰੂ ਅਗਾਰੀ। ਕੁਝ ਸਿੱਖਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਜਾ ਬੇਨਤੀ ਕੀਤੀ ਹੈ। ਇੱਕ ਕੁਸ਼ਟੀ ਜਿਸ ਤਨ ਦੁਖ ਭਾਰੀ। ਇਹ ਗੁਰੂ ਅਮਰਦਾਸ ਮਹਾਰਾਜ ਬਾਹਰ ਡਿਉੜੇ ਤੇ ਇੱਕ ਮਹਾਰਾਜ ਕੁਸ਼ਟੀ ਬੈਠਾ ਕੋੜੀ, ਜਿਹਦੇ ਸਰੀਰ ਤੇ ਬੜੀ ਭਾਰੀ ਵਿਆਧੀ ਰੋਗ ਹੈ, ਸਰੀਰ ਗਲਿਆ ਹੋਇਆ ਹੈ। ਪਰਿਓ ਰਹਿ ਰਾਵਰ ਕੇ ਦੁਆਰੇ। ਤੇ ਉਹ ਮਹਾਰਾਜ ਤੁਹਾਡੇ ਦਰਵਾਜ਼ੇ ਤੇ ਪਿਆ ਹੋਇਆ ਰਹਿੰਦਾ ਹੈ। ਗਾਵਤ ਗੀਤ ਹਸਾਵਤ ਸਾਰੇ। ਤੇ ਮਹਾਰਾਜ ਉੱਚੀ ਉੱਚੀ ਗੀਤ ਗਾਉਂਦਾ ਹੈ, ਗਿਆ ਕਛੋਟਾ ਲੱਦਾ ਫੇਰ। ਇਸ ਤਰ੍ਹਾਂ ਗਾਉਂਦਾ ਹੈ, ਸਭ ਨੂੰ ਖੁਸ਼ ਰੱਖਦਾ ਹੈ। ਦਰਸ਼ਨ ਕੋ ਚਿਤ ਚਾਹਤ ਰਹਿਤੋ। ਉਹ ਕਹਿੰਦਾ ਮੇਰੇ ਮਨ ਵਿੱਚ ਹੋਰ ਕੋਈ ਇੱਛਾ ਨਹੀਂ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਹੈ। ਸਿਮਰਨ ਸਦਾ ਆਪ ਕੋ ਕਹਿਤੋ। ਤੇ ਦਿਨ ਰਾਤ ਮਹਾਰਾਜ ਤੁਹਾਨੂੰ ਚੇਤੇ ਕਰਦਾ, ਤੁਹਾਡੀ ਸਿਮਰਨ ਤੁਹਾਡੀ ਜਿਹੜੀ ਮਹਿਮਾ ਗਾਉਂਦਾ ਸਿਮਰਨ ਕਰਦਾ ਹੈ। ਮੁਖ ਤੇ ਗਾਵਤ ਗੀਤ ਜੋ ਸੋਊ। ਤੇ ਮਹਾਰਾਜ ਜਿਹੜਾ ਉਹ ਪ੍ਰੇਮਾ ਕੋੜਾ ਮੁਖੋਂ ਗੀਤ ਗਾਉਂਦਾ ਹੈ, ਬੋਲਦਾ ਹੈ। ਕਿਆ ਕਿਛ ਕਹੈ ਨਾ ਜਾਣਤ ਕੋ। ਮਹਾਰਾਜ ਉਹ ਇਹੀ ਗੀਤ ਮੁਖੋਂ ਗਾਉਂਦਾ ਹੈ, ਨਾ ਜਾਣਤ ਕੋ। ਉਹ ਆਪ ਜਾਣਦਾ ਨਹੀਂ ਵੀ ਕੀ ਗਾ ਰਿਹਾ ਮੈਂ, ਬਸ ਗਿਆ ਕਛੋਟਾ ਲੱਦਾ ਫੇਰ। ਇਸ ਤਰ੍ਹਾਂ ਗਾਉਂਦਾ ਰਹਿੰਦਾ ਹੈ। ਸੁਨ ਸਤਿਗੁਰ ਨੇ ਸਭ ਸਮਝਾਏ। ਤੇ ਸੁਣ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੁਰਠੇ, ਪ੍ਰੇਮੇ ਤੇ ਦਇਆ ਆਈ ਗੁਰੂ ਗਰੀਬ ਨਿਵਾਜ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ। ਸਤਿਗੁਰੂ ਖੁਸ਼ ਹੋ ਕੇ ਸਿੱਖਾਂ ਨੂੰ ਕਹਿਣ ਲੱਗੇ, ਸਮਝਾਉਣ ਲੱਗੇ ਆ। ਹਮ ਜਾਣਤ ਹੈ ਜੋ ਕੁਛ ਗਾਏ। ਮਹਾਰਾਜ ਕਹਿੰਦੇ ਅਸੀਂ ਸਭ ਕੁਝ ਜਾਣਦੇ ਹਾਂ, ਕਿਉਂਕਿ ਸਿੱਖ ਕਹਿੰਦੇ ਆ ਨਾ ਮਹਾਰਾਜ ਸਾਨੂੰ ਸਮਝ ਨਹੀਂ ਪੈਂਦੀ ਉਹ ਗਾਉਂਦਾ ਕੀ ਹੈ, ਪਰ ਆਵਾਜ਼ ਸੋਹਣੀ ਹੈ। ਇਉਂ ਪਤਾ ਵੀ ਤੁਹਾਡਾ ਸਿਮਰਨ ਕਰਦਾ, ਕੋਈ ਤੁਹਾਡੀ ਬਾਬਤ ਹੀ ਕੁਝ ਗਾਉਂਦਾ ਹੈ, ਪਰ ਸਾਨੂੰ ਪਤਾ ਨਹੀਂ ਗਾਉਂਦਾ ਕੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਿੱਖੋ ਅਸੀਂ ਜਾਣਦੇ ਹਾਂ ਵੀ ਸਾਨੂੰ ਕੀ ਗਾਉਂਦਾ ਹੈ, ਸਾਡੀ ਕਿਵੇਂ ਮਹਿਮਾ ਕਰਦਾ ਹੈ, ਪ੍ਰੇਮ ਦਾ ਭਿੱਜਾ ਹੋਇਆ ਕੀ ਬੋਲ ਬੋਲਦਾ ਹੈ। ਪੜਦਾ ਬਸਤਰ ਜੋ ਮੇਰੋ ਗਇਓ। ਤੇ ਮਹਾਰਾਜ ਕਹਿੰਦੇ ਉਹ ਗਾਉਂਦਾ ਇਹ ਹੈ, ਉਹ ਕਹਿੰਦਾ ਜਿਹੜਾ ਮੇਰਾ ਪੜਦਾ ਲੈ ਗਿਆ ਸੀ ਨਾ, ਸੰਸਾਰ ਵਿੱਚ ਪੱਤ ਲੈ ਗਈ ਸੀ, ਜਾਂ ਮਾਸ ਜੋ ਝੜ ਗਿਆ ਸੀ, ਥੱਲੋਂ ਹੱਡ ਨਿਕਲ ਆਏ ਸੀ, ਜਿਹੜਾ ਮੇਰਾ ਪੜਦਾ ਕੋੜ ਕਰਕੇ ਮਾਸ ਚੰਮ ਮੇਰਾ ਝੜ ਗਿਆ,
ਜਾਂ ਜਿਹੜੇ ਮੇਰੀ ਸੰਸਾਰ ਵਿੱਚ ਇੱਜ਼ਤ ਪੈਜ ਜਿਹੜੀ ਪਾਤਰ ਲੈ ਗਈ ਹੈ, ਪੁਨ ਗੁਰ ਸੋ ਮੁਝ ਪ੍ਰਾਪਤ ਤੇ ਪਇਓ। ਉਹ ਗੁਰੂ ਅਮਰਦਾਸ ਪਾਸੋਂ ਮੈਨੂੰ ਪ੍ਰਾਪਤ ਹੋ ਗਈ ਹੈ। ਇਹ ਗਾਉਂਦਾ, ਇਹ ਗੱਲ ਇਹ ਕਹਿੰਦਾ ਹੈ। ਮਹਾਰਾਜ ਦੱਸਦੇ ਸਿੱਖਾਂ ਨੂੰ, ਮੋਹ ਕਹ ਪਾਇਓ ਤਾਹੇ ਸੋ ਤੇ ਗਾਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਉਹ ਤਾਂ ਗਾਉਂਦਾ ਹੈ ਕਿ ਉਹ ਮੈਂ ਪੜਦਾ ਜਿਹੜਾ ਨਾ ਉਹ ਪ੍ਰਾਪਤ ਕਰ ਲਿਆ। ਭਾਵ ਗੁਰੂ ਜੀ ਕਹਿੰਦੇ ਆ ਵੀ ਸਾਨੂੰ ਉਹਨੇ ਪ੍ਰਾਪਤ ਕਰ ਲਿਆ ਪ੍ਰੇਮ ਦੇ ਨਾਲ, ਚਾਹੇ ਕੋੜਾ ਹੀ ਹੈ। ਇਸ ਕਰਕੇ ਉਹ ਗਾਉਂਦਾ ਹੈ। ਸਭ ਲੋਕਨ ਕੋ ਟੇਰ ਸੁਨਾਵੈ। ਤੇ ਸਾਰਿਆਂ ਲੋਕਾਂ ਨੂੰ ਉੱਚੀ ਬੋਲ ਬੋਲ ਕੇ ਆਵਾਜ਼ ਦੇ ਸੁਣਾਉਂਦਾ ਹੈ। ਮੈਂ ਜਾਣਤ ਹਾਂ ਤਿਸ ਕੋ ਪ੍ਰੇਮ। ਗਰੀਬ ਨਵਾਜ ਕਹਿੰਦੇ ਅਸੀਂ ਜਾਣਦੇ ਹਾਂ ਉਹ ਪ੍ਰੇਮੇ ਦੇ ਹਿਰਦੇ ਵਿੱਚ, ਕੋੜੇ ਦੇ ਵਿੱਚ ਕਿੰਨਾ ਪ੍ਰੇਮ ਹੈ। ਜਿਸੀ ਪ੍ਰੇਮ ਤੇ ਪ੍ਰਾਪਤ ਛੇਮ। ਇਸੇ ਪ੍ਰੇਮ ਤੋਂ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਜਿਹੜਾ ਪ੍ਰੇਮਾਂ ਲਈ ਫਿਰਦਾ ਨਾ ਕੋੜਾ, ਗੁਰਸਿੱਖੋ ਇਹ ਪ੍ਰੇਮ ਐਡਾ ਹੈ ਵੀ ਇਹਦੇ ਨਾਲ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਇਸ ਪ੍ਰਕਾਰ ਦਿਨ ਕਿਤਕ ਬਿਤਾਏ। ਤੇ ਇਸ ਤਰ੍ਹਾਂ ਕਹਿ ਕੇ ਹੋਰ ਦਿਨ ਕਈ ਬੀਤ ਗਏ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਵਾਜ਼ੇ ਬੈਠਿਆਂ ਹੋਇਆਂ ਉੱਚੇ ਟੇਰਤ ਗੁਰੂ ਸੁਨਾਏ। ਤੇ ਇਹ ਪ੍ਰੇਮਾ ਉੱਥੇ ਹੀ ਬੈਠਾ ਹੈ। ਦਿਨ ਬਹੁਤ ਲੰਘ ਗਏ ਹੈ, ਮਹੀਨੇ ਬੀਤ ਗਏ, ਫਿਰ ਉੱਚੀ ਬੋਲ ਬੋਲ ਕੇ ਸੁਣਾਈ ਜਾਂਦਾ ਹੈ। ਜਬ ਹੈ ਪ੍ਰੇਮ ਨੇ ਵਿਆਕੁਲ ਕਰਿਓ। ਭਾਵ ਉਵੇਂ ਹੀ ਗਿਆ ਇੱਕ ਛੋਟਾ ਲੱਦਾ ਫੇਰ। ਇਸ ਤਰ੍ਹਾਂ ਜਦੋਂ ਇਹ ਪ੍ਰੇਮੇ ਨੂੰ ਗੁਰੂ ਅਮਰਦਾਸ ਮਹਾਰਾਜ ਦਾ ਪ੍ਰੇਮ ਸਤਾਉਂਦਾ ਹੈ, ਪ੍ਰੇਮ ਆਉਂਦਾ ਹੈ, ਨਹਿ ਸੁਧ ਦੇਹ ਰਹਿਓ ਧਰ ਪਰਿਓ। ਤੇ ਧਰਤੀ ਤੇ ਡਿੱਗ ਪੈਂਦਾ। ਕੋਈ ਸਰੀਰ ਦੀ ਸੁੱਧ ਨਹੀਂ ਰਹਿੰਦੀ, ਬੇਹੋਸ਼ ਹੋ ਡਿੱਗ ਪੈਂਦਾ ਹੈ। ਤਿਸ ਉਰ ਕੀ ਲੱਖ ਅੰਤਰ ਜਾਮੀ। ਇਹਦਾ ਬਹੁਤਾ ਪ੍ਰੇਮ ਵੇਖ ਕੇ ਜਾਣ ਕੇ ਅੰਤਰਜਾਮੀ ਗੁਰੂ ਅਮਰਦਾਸ ਜੀਆਂ, ਸਰਬ ਕਲਾ ਸਮਰੱਥ ਗੁਰ ਸੁਆਮੀ। ਜਿਹੜੇ ਸੁਆਮੀ ਮਾਲਕ ਗੁਰੂ ਅਮਰਦਾਸ ਜੀ ਸਾਰੀਆਂ ਕਲਾਂ ਸਮਰੱਥ ਪੂਰੇ ਸੂਰੇ ਹੈ। ਜਾਣਿਓ ਭਗਤ ਪ੍ਰੇਮ ਜਿਹ ਜਾਗਾ। ਤੇ ਜਿਹੜਾ ਪ੍ਰੇਮਾ ਭਗਤੀ ਇਹਨਾਂ ਦੇ ਮਨ ਵਿੱਚ, ਮਹਾਰਾਜ ਜਾਣਦੇ ਹੈ ਵੀ ਪ੍ਰੇਮੇ ਦੇ ਮਨ ਵਿੱਚ ਜਿਹੜੀ ਪ੍ਰੇਮਾ ਭਗਤੀ ਜਾਗੀ ਹੈ, ਅਪਰ ਆਸੁਰੋ ਮਨ ਕਰ ਤਿਆਗਾ। ਤੇ ਇਹਨੇ ਕੇਵਲ ਸਾਡਾ ਹੀ ਆਸਰਾ ਰੱਖਿਆ ਹੈ, ਸਾਡੇ ਦਰਵਾਜ਼ੇ ਆਇਆ ਹੈ। ਹੋਰ ਹੋਰ ਮੜੀ ਮਸਾਣੀ ਪੀਰ ਫਕੀਰ ਦੇਵੀ ਦੇਵਤਿਆਂ ਦੇ ਸਾਰੇ ਆਸਰੇ ਨੇ ਛੱਡੇ ਹੋਏ ਐ। ਥਾਓ ਨੇ ਥਾਵਨ ਮਾਨ ਨੇ ਮਾਨਾ। ਤੇ ਉਹ ਮਹਾਰਾਜ ਕਹਿੰਦੇ ਜਾਣਦਾ ਪ੍ਰੇਮਾ ਵੀ ਇਹ ਗੋਇੰਦਵਾਲ ਸਾਹਿਬ, ਇਹ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਘਰ ਹੈ, ਉਹ ਨਿਥਾਵਿਆਂ ਦਾ ਥਾਵ ਹੈ, ਨਿਮਾਣਿਆਂ ਦਾ ਮਾਣ ਹੈ, ਨਿਓਟਿਆਂ ਦੀ ਓਟ, ਨਿਰ ਆਸਰਿਆਂ ਦਾ ਆਸਰਾ ਹੈ। ਇਸ ਵਿਦ ਕੋ ਨਿਜ ਬਿਰਦ ਪਛਾਨਾ। ਤੇ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ, ਰੋਗੀਆਂ ਨੂੰ ਨਿਰੋਗਤਾ ਬਖਸ਼ਣ ਵਾਲਾ ਆਪਣਾ ਬਿਰਦ ਧਰਮ ਸਾਂਭਿਆ, ਯਾਦ ਕੀਤਾ, ਸਾਂਭਿਆ ਹੈ। ਭਏ ਪ੍ਰਸੰਨ ਸਭਨ ਸੋ ਕਹਾ। ਤੇ ਪ੍ਰੇਮੇ ਦੇ ਪ੍ਰੇਮ ਤੇ ਖੁਸ਼ ਹੋ ਕੇ ਸਤਿਗੁਰੂ ਸਾਰਿਆਂ ਸਿੱਖਾਂ ਨੂੰ ਬੋਲੇ ਆ। ਤਿਸ ਕੋ ਲੈ ਆਵਹ ਅਬ ਇਹਾਂ। ਮਹਾਰਾਜ ਕਹਿੰਦੇ ਸਿੱਖੋ ਜਾਓ, ਪ੍ਰੇਮੇ ਕੋੜੀ ਨੂੰ ਇੱਥੇ ਸਾਡੇ ਪਾਸ ਲੈ ਕੇ ਆਓ। ਹਮਰੇ ਮੱਜਨ ਕੋ ਜਲ ਜਿਹਵਾ। ਤੇ ਸਾਡੇ ਪਾਸ ਲਿਆਉਣ ਤੋਂ ਪਹਿਲਾਂ ਜਿੱਥੇ ਅਸੀਂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਾਂ, ਉਹ ਫੱਟੇ ਦੇ ਲਾਗੇ ਜਿੱਥੇ ਟੋਏ ਟੋਬੇ ਵਿੱਚ ਜਲ ਖੜਦਾ ਹੈ ਸਾਡੇ ਇਸ਼ਨਾਨ ਦਾ, ਸੰਚਿਤ ਟਿਕਿਓ ਲਿਜਾਵਹ ਤਹਿ ਬਾ। ਜਿੱਥੇ ਪਾਣੀ ਇਕੱਠਾ ਹੁੰਦਾ ਨਾ ਇਸ਼ਨਾਨ ਦਾ, ਉਸ ਟੋਬੇ ਦੇ ਪਾਸ ਲਿਜਾ ਇਹਨੂੰ ਇਸ਼ਨਾਨ ਕਰਵਾਓ। ਨੀਕੇ ਜਾਏ ਇਸ਼ਨਾਨ ਹੈ ਇਹੀ। ਉਹ ਇਹਦਾ ਚੰਗੀ ਤਰ੍ਹਾਂ ਇਸ਼ਨਾਨ, ਉਸ ਜਲ ਸਾਡੇ ਇਸ਼ਨਾਨ ਦੇ ਜਲ ਜੁੜੇ ਦੇ ਨਾਲ ਟੋਏ ਵਿੱਚੋਂ ਇਹਨੂੰ ਚੰਗੀ ਤਰ੍ਹਾਂ ਇਸ਼ਨਾਨ ਕਰਵਾਓ, ਜਲ ਪਾ ਪਾ ਕੇ। ਹੋਏ ਜਾਏਗੀ ਸੁਧ ਸਭ ਦੇਹੀ। ਮਹਾਰਾਜ ਕਹਿੰਦੇ ਬਿਨਾਂ ਦੇਰੀ ਤੋਂ ਹੀ ਇਹਨੂੰ ਸਾਰੀ ਸੁਧ ਹੋ ਆਵੇਗੀ। ਰੰਗ ਮਜੀਠੀ ਅੰਬਰ ਲਿਆਵਹ। ਤੇ ਫਿਰ ਲਾਲ ਸੂਹੇ ਰੰਗ ਦਾ ਨਾ ਮਜੀਠਾ, ਪੱਕੇ ਸੂਹੇ ਰੰਗ ਦਾ ਕੋਈ ਕੱਪੜਾ ਖੁੱਲਾ ਬਾਗ ਜਿਵੇਂ ਜਾਂ ਫੁਲਕਾਰੀ ਐਸਾ ਲੈ ਕਰਕੇ। ਸਰਬ ਸਰੀਰ ਇਸੇ ਪਹਿਰਾਵਾ। ਤੇ ਇਹਦਾ ਸਾਰਾ ਸਰੀਰ ਢੱਕ ਲੈਣਾ, ਉਹਦੇ ਵਿੱਚ ਚੰਗੀ ਤਰ੍ਹਾਂ ਲਪੇਟ ਲਓ, ਪਹਿਨਾ ਦਿਓ। ਨਖ ਸਿਖਲਾ ਛਾਦਨ ਕਰ ਸਾਰੇ। ਇਹਨੂੰ ਚੰਗੀ ਤਰ੍ਹਾਂ ਕੱਜ ਲੈਣਾ, ਪੈਰ ਦੇ ਨੋਹ ਤੋਂ ਲੈ ਕਰਕੇ ਨੋਹ ਤੋਂ ਤੇ ਸਿਰ ਦੀ ਚੋਟੀ ਤੱਕ ਚੰਗੀ ਤਰ੍ਹਾਂ ਨੂੰ ਉਸ ਲਾਲ ਕੱਪੜੇ ਵਿੱਚ ਕੱਜ ਲਿਆ ਜੋ। ਪੁਨ ਆਨਹ ਤੁਮ ਨਿਕਟ ਹਮਾਰੇ। ਤੇ ਫਿਰ ਇਹ ਪ੍ਰੇਮੇ ਨੂੰ ਤੁਸੀਂ ਸਾਡੇ ਪਾਸ ਇੱਥੇ ਲੈ
ਆਓ ਸੰਗਤਾਂ ਵਿੱਚ। ਸੁਨ ਸਿੱਖਿਆਨ ਕਰ ਚਾਪ ਗਏ ਹੈ। ਤੇ ਸੁਣ ਕੇ ਸਿੱਖ ਜਿਹੜੇ ਬੜੇ ਚਾਅ ਨਾਲ ਪ੍ਰੇਮੇ ਕੋਲ ਬਾਹਰ ਡਿਊੜੀ ਤੇ ਗਏ ਆ। ਕਹਿਓ ਉਦੈ ਤਬ ਭਾਗ ਪਏ ਤੇ ਹੈ। ਸਿੱਖ ਜਾ ਕੇ ਕਹਿੰਦੇ ਉਹ ਪ੍ਰੇਮਿਆ ਤੇਰੇ ਭਾਗ ਖੁੱਲ ਗਏ ਆ, ਕੋੜਿਆ ਤੇਰੇ ਭਾਗ ਜਾਗ ਗਏ ਹਨ। ਤਿਹੋ ਜਲ ਜਾਏ ਇਸ਼ਨਾਨ ਕਰਾਵਾ। ਤੈਨੂੰ ਮਹਾਰਾਜ ਨੇ ਯਾਦ ਕਰ ਲਿਆ, ਸਤਿਗੁਰਾਂ ਤੈਨੂੰ ਸੱਦਿਆ, ਚੱਲ ਤੈਨੂੰ ਜਾ ਕਰਕੇ ਇਸ਼ਨਾਨ ਕਰਵਾਈਏ। ਇਉਂ ਇਹਨੂੰ ਲੈ ਗਏ ਆ, ਉੱਥੇ ਲਿਜਾ ਇਸ਼ਨਾਨ ਕਰਵਾਇਆ ਹੈ। ਰੰਗ ਮਜੀਠੀ ਬਸਤਰ ਉਢਾਵਾ। ਤੇ ਲਾਲ ਸੂਹਾ ਪੱਕੇ ਰੰਗ ਦਾ ਸੋਹਣਾ ਜਿਵੇਂ ਬਾਗ ਜਾਂ ਫੁਲਕਾਰੀ ਹੁੰਦੀ, ਜਾਂ ਕੋਈ ਲਾਲ ਸੂਹਾ ਬਸਤਰ, ਜਿਵੇਂ ਉਹ ਵਿਆਹ ਤੋਂ ਬਾਅਦ ਉਹ ਜਦੋਂ ਹੁੰਦਾ ਕਿਸੇ ਦਾ ਆਨੰਦ ਕਾਰਜ ਤੇ ਉਹ ਇਸ਼ਨਾਨ ਕਰਵਾ ਕੇ ਲਾੜੇ ਨੂੰ ਪਹਿਨਾਉਂਦੇ ਆ ਸੂਹਾ ਬਸਤਰ, ਬੁੱਕਲ ਮਰਵਾਉਂਦੇ ਆ। ਇਸ ਤਰ੍ਹਾਂ ਕੋਈ ਖੁੱਲਾ ਵੱਡਾ ਕੱਪੜਾ ਬਾਗ ਜਾਂ ਕੋਈ ਫੁਲਕਾਰੀ ਆਦਿਕ ਸੂਹੇ ਰੰਗ ਦੀ ਉਹ ਇਹਦੇ ਉੱਤੇ ਦੇ ਦਿੱਤੀ ਆ, ਢੱਕ ਦਿੱਤਾ ਹੈ। ਨਾਖ ਸ਼ੇਖ ਸਾਧਨ ਕੀਨ ਸਰੀਰ। ਮਹਾਰਾਜ ਦੇ ਆਖੇ ਅਨੁਸਾਰ ਪੈਰਾਂ ਤੋਂ ਲੈ ਕਰਕੇ ਸਾਰੇ ਕੋੜੇ ਨੂੰ ਚੰਗੀ ਤਰ੍ਹਾਂ ਲਾਲ ਕੱਪੜੇ ਵਿੱਚ ਕੱਜ ਦਿੱਤਾ ਹੈ। ਲੈ ਪਹੁੰਚੇ ਪੁਨ ਸਤਿਗੁਰ ਤੀਰ। ਤੇ ਇਥੋਂ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਲੈ ਪਹੁੰਚੇ ਆ। ਕਿਰਪਾ